ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੇਂ ਕੇ ਸ਼ਲੋਕ 29ਵਾਂ। ਜੋ ਪ੍ਰਾਨੀ ਨਿਸ ਦਿਨ ਭਜੇ ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਨੀ ਨਿਸ ਦਿਨ ਭਜੇ ਰੂਪ ਰਾਮ ਤਹਿ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਸਤਿਗੁਰੂ ਸਮਝਾਉਂਦੇ ਨੇ ਜੋ ਪ੍ਰਾਣੀ ਕੋਈ ਵੀ ਚੋਂ ਵਰਨਾ ਕੋ ਉਪਦੇਸ਼ ਸਾਂਝਾ। ਜੋ ਜੋ ਜਪੇ ਤਿਸ ਕੀ ਗਤ ਹੋਏ। ਉਹਦੀ ਗਤੀ ਹੋਊਗੀ ਜੋ ਇਹਨੂੰ ਸਮਝੂਗਾ, ਵਿਚਾਰੂਗਾ, ਖੋਜੂਗਾ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਉਹਨੂੰ ਇਹ ਪ੍ਰਾਪਤੀ ਹੋਣੀ ਹੈ। ਉਹੀ ਸਤਿਗੁਰੂ ਸਮਝਾ ਰਹੇ ਨੇ। ਜੋ ਪ੍ਰਾਣੀ ਨਿਸ ਦਿਨ ਕੋਈ ਵੀ ਜਪ ਸਕਦਾ ਹੈ, ਕੋਈ ਵੀ ਸਮਝ ਸਕਦਾ ਹੈ। ਉਹ ਆਪਦੇ ਮੂਲ ਰਾਮ ਨੂੰ ਜਾਣ ਲੈਂਦਾ ਹੈ, ਰਾਮ ਦਾ ਕਹਿ ਲਈਏ ਦਰਸ਼ਨ ਕਰ ਲੈਂਦਾ ਹੈ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਸੱਚ ਦੇ ਗਿਆਨ ਨਾਲ ਮਨ ਮੰਨਦਾ ਹੈ। ਜਿਹੜਾ ਸਾਡਾ ਗਿਆਨ ਹੈ ਸੰਸਾਰੀ, ਬੜੇ ਬੜੇ ਰੁਤਬੇ ਅਸੀਂ ਪ੍ਰਾਪਤ ਕਰ ਲੈਂਦੇ ਹਾਂ। ਸੰਸਾਰ ਸਾਨੂੰ ਮੰਨਣ ਲੱਗ ਜਾਂਦਾ ਹੈ। ਇਹ ਸਦੀਆਂ ਤੋਂ ਚੱਲਦਾ ਆਇਆ ਵਾ। ਜਿੰਨੀਆਂ ਪ੍ਰਚਲਿਤ ਭਗਤੀਆਂ ਆਪਾਂ ਪਿੱਛੇ ਦੇਖਦੇ ਹਾਂ, ਵਿਚਾਰ ਕਰਦੇ ਹਾਂ, ਕਰਦੇ ਆਏ ਹਾਂ ਔਰ ਕਰਦਾ ਰਹੂਗਾ ਸੰਸਾਰ, ਉਹਨਾਂ 'ਚੋਂ ਹੰਕਾਰ ਹੀ ਪੈਦਾ ਹੁੰਦਾ ਵਾ। ਕਿਉਂ ਹੰਕਾਰ ਕਿਉਂ ਪੈਦਾ ਹੁੰਦਾ? ਉਹਦਾ ਕਾਰਨ ਹੈ ਜਿੰਨੇ ਵੀ ਹਠ ਯੋਗ, ਤਪ ਯੋਗ, ਘਰ-ਬਾਰ ਛੱਡ ਕੇ ਚਲੇ ਜਾਣਾ, ਉਹ 'ਚੋਂ ਗਿਆਨ ਤਾਂ ਪੈਦਾ ਨਹੀਂ ਹੁੰਦਾ, ਫਿਰ ਹੰਕਾਰ ਹੀ ਪੈਦਾ ਹੋਣਾ ਸੀ। ਇਹ ਇੱਕ ਐਸੀ ਭਗਤੀ ਹੈ, ਇਹਨੂੰ ਕੋਈ ਵੀ ਕਰ ਸਕਦਾ ਹੈ। ਹਾਥ ਪਾਉ ਕਾਮ ਕਰ ਸਭ ਚੀਤ ਨਿਰੰਜਨ ਨਾਲ ਕੰਮਕਾਰ ਕਰਦੇ ਹੋਏ ਵੀ ਤੁਸੀਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਕਿਵੇਂ ਸ਼ੁਰੂ ਹੁੰਦੀ ਹੈ ਇਹ ਭਗਤੀ ਆਪਣੀ? ਇਹਨੂੰ ਵਿਚਾਰੀਏ ਆਪਾਂ। ਜੈ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਇਹ ਦੇਹੀ ਮਿਲੀ ਹੈ ਸਾਨੂੰ ਨਾਮ ਦੀ ਪ੍ਰਾਪਤੀ ਖਾਤਰ। ਕਿਵੇਂ ਭਗਤੀ ਕਰੀਏ ਜੀ? ਸਤਿਗੁਰਾਂ ਦਾ ਵਚਨ ਲਈਏ ਆਪਾਂ। ਆਇਆ ਸੁਣ ਪੰਡ ਕੋ ਬਾਣੀ ਨਾਮ ਵਿਸਾਰ ਲਗ ਲਾਲਚ ਬਿਰਥਾ ਜਨਮ ਪ੍ਰਾਣੀ। ਸੁਣਨੀ ਹੈ, ਸੁਣਨੀ ਹੈ, ਸਮਝਣਾ ਮੈਂ ਇਹਨੂੰ, ਉਹ 'ਚੋਂ ਗਿਆਨ ਪੈਦਾ ਹੋ, ਫਿਰ ਵਿਚਾਰਨੀ। ਫਿਰ ਪੜ੍ਹਨੀ, ਵਿਚਾਰਨ ਦੀ ਅਵਸਥਾ ਜਿਹੜੀ ਸਾਡੀ ਆਵਾਜ਼ ਦੀ ਆ, ਸਭ ਤੋਂ ਪਹਿਲਾਂ ਇਹਨੂੰ ਸੁਣਨ ਦੀ ਹੈ। ਆਇਆ ਸੁਣ ਪੰਡ ਕੋ ਬਾਣੀ। ਜਿਹੜੇ ਨਹੀਂ ਸੁਣਦੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲਦੇ, ਬਾਣੀ ਨੂੰ ਸੱਤ ਕਰਕੇ ਨਹੀਂ ਮੰਨਦੇ, ਉਹ ਫਿਰ ਜੰਮਣ ਮਰਨ ਨੂੰ ਚਲੇ ਜਾਂਦੇ। ਉਹੀ ਸਤਿਗੁਰੂ ਸਮਝਾਉਂਦੇ ਨੇ। ਆਇਆ ਸੁਣ ਪੰਡ ਕੋ ਬਾਣੀ ਨਾਮ ਵਿਸਾਰ ਲਗ ਲਾਲਚ ਬਿਰਥਾ ਜਨਮ ਪ੍ਰਾਣੀ। ਇਹ ਖੋਜ ਦਾ ਵਿਸ਼ਾ। ਅਸੀਂ ਰੋਜ਼ ਅਰਦਾਸ ਕਰਦੀਆਂ, ਬੇਨਤੀਆਂ ਕਰਦੇ, ਜੋ ਪ੍ਰਭ ਕੋ ਮਿਲਵਾ ਚਾਹੇ ਖੋਜ ਸ਼ਬਦ ਮੇਂ ਲਏ। ਖੋਜਦੇ ਨਹੀਂ ਹੈਗੇ, ਭਾਵ ਅਸੀਂ ਰੋਜ਼ ਖੇਤ ਤਿਆਰ ਕਰਦੇ ਹਾਂ ਪਰ ਬੀਜਦੇ ਕੁਛ ਨਹੀਂ ਹੈਗੇ। ਕਿਉਂ ਨਹੀਂ ਬੀਜ ਸਕਦੇ? ਸਾਡੇ ਜਿਹੜੇ ਗਿਆਨ ਇੰਦਰੇ ਸਾਡੇ ਕੋਲੇ ਹੈ, ਉਹਨਾਂ ਦੀ ਜਿਹੜੀ ਡੋਰ ਹੈ ਉਹ 10ਵੇਂ ਦੁਆਰ ਤੱਕ ਨਹੀਂ ਪਹੁੰਚਦੀ। ਹਠ ਯੋਗ, ਤਪ ਯੋਗ ਬਹੁਤ ਕਰਦੇ ਹਾਂ ਅਸੀਂ। ਉਹਦੇ ਵਿੱਚੋਂ ਕੀ ਪੈਦਾ ਹੋ ਜਾਂਦਾ ਹੈ? ਸਮਾਜ ਸੇਵਾ ਵੀ ਕਰਦੇ ਹਾਂ, ਧਰਮ ਕਰਮ ਵੀ ਕਰਦੇ ਹਾਂ, ਸਾਰੇ ਸਰੀਰ ਕਰਕੇ। ਉਹ 'ਚੋਂ ਕੀ ਪੈਦਾ ਹੁੰਦਾ? ਹੰਕਾਰ। ਤੀਰਥ ਵਰਤ ਔਰ ਦਾਨ ਕਰ ਮਨ ਮੇ ਧਰੇ ਗੁਮਾਨ। ਸਭ ਨਿਫਲ ਜਾਤ ਹੈ ਜੋ ਪੁੰਚਰ ਇਸਨਾਨ। ਉਹ ਹਾਥੀ ਦੇ ਨਹਾਉਣ ਵਾਲਾ ਹੀ ਕੰਮ ਹੈ। ਉਹ ਸਾਰਾ ਸਾਡਾ ਜਿੰਨਾ ਵੀ ਧਰਮ ਕਰਮ ਕੀਤਾ ਹੁੰਦਾ ਉਹ ਸਭ ਇੱਥੇ ਹੀ ਰਹਿ ਜਾਂਦਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਧਰਮ ਕਰਮ ਪਖੰਡ ਜੋ ਦੀਸੇ ਜਮ ਜਗਾਤੀ ਲੂਟੇ। ਗਿਆਨ ਤੋਂ ਬਿਨਾਂ ਸਾਨੂੰ ਜਮ ਨਹੀਂ ਛੱਡਦੇ ਹੈਗੇ। ਹਰ ਹਰ ਨਾਮ ਜਪੰਤਿਆਂ ਕਿਸ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਕਰਨਾ, ਉਹੀ ਰਾਮ, ਉਹੀ ਹਰੀ, ਅਨੇਕਾਂ ਨਾਮ ਦੇ ਕੇ ਆਪਾਂ ਨੂੰ ਸਮਝਾਇਆ ਵਾ। ਅੰਤਰ ਤੇਰੇ ਹਰ ਵਸੇ ਘਟ ਘਟ ਮੈਂ ਹਰਜੂ ਵਸੇ। ਸੰਤਨ ਕਹਿਓ ਪੁਕਾਰ ਹਰ ਬਿਸਰਤ ਸਦਾ ਖੁਆਰੀ। ਹਰ ਬਿਸਰ ਤੇਰੇ ਗੁਣ ਗਲਿਆ ਪਰਮੇਸ਼ਰ ਤੋਂ ਭੁੱਲਿਆ। ਵਿਆਪਣ ਸਵੇ ਰੋਗ। ਫਿਰ ਰੋਗ ਤਾਂ ਆਉਣਗੇ ਭਾਈ ਜਦੋਂ ਅਸੀਂ ਕੁਦਰਤ ਨੂੰ ਹੀ ਛੱਡਤਾ, ਜਿਹਦੀ ਕਿਰਪਾ ਨਾਲ ਸਾਨੂੰ ਇਹ ਦੇਹੀ ਮਿਲੀ ਹੈ। ਪਰ ਇੱਥੇ ਉਹ ਸਤਿਗੁਰ ਸਿੱਖ ਦੀ ਅਵਸਥਾ ਬਾਰੇ ਸਮਝਾ ਰਹੇ ਨੇ। ਕੋਈ ਵੀ ਜੋ ਪ੍ਰਾਣੀ ਨਿਸ ਦਿਨ ਭਜੇ, ਜਿਹੜੇ ਦਿਨ ਰਾਤ ਉਹਦੇ ਨਾਲ ਜੁੜੇ ਰਹਿੰਦੇ ਨੇ, ਉਹਦਾ ਹੀ ਰੂਪ ਹੋ ਜਾਂਦੇ ਨੇ। ਆਤਮਾ ਕਰਕੇ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਤਾਂ ਸਾਰੇ ਪੂਰਨ ਅਸੀਂ,
ਸਾਰੇ ਧਰਮ ਆਪਦੇ ਆਪ ਨੂੰ ਪੂਰਨ ਮੰਨਦੇ ਨੇ। ਇੱਥੇ ਜਿਹੜਾ ਆ ਕੇ ਆਤਮ ਗਿਆਨ ਆਪਾਂ ਨੂੰ ਹੋਣਾ, ਉਹਦੇ ਨਾਲ ਸਾਰੀ ਖੇਲ ਸਮਝ ਆਉਣੀ, ਉਹ ਤਾਂ ਫਿਰ ਗੁਰਸ਼ਬਦ ਚੋਂ ਹੋਣਾ। ਕਿਰਪਾ ਕਰੇ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਇਹੀ ਤਾਂ ਕਿਰਪਾ ਰਹਿਮਤ ਲੈਣੀ ਸੀ ਉਹਦੀ, ਦਾਤੇ ਦੀ। ਦਾਤਾ ਸਾਡੇ ਤੇ ਕਿਰਪਾ ਰਹਿਮਤ ਕਰ, ਸਾਡਾ ਜਮਾਂ ਤੋਂ ਛੁਟਕਾਰਾ ਹੋ ਜੇ। ਇਹ ਜਿਉਂਦੇ ਜਿਉਂਦੇ ਪ੍ਰਾਪਤੀ ਕਰਨੀ ਆਪਾਂ, ਸਰੀਰ 'ਚ ਰਹਿੰਦਿਆਂ ਰਹਿੰਦਿਆਂ ਆਪਦੇ ਘਰ ਪਹੁੰਚਣਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਉਹੀ ਗੁਰਸਿੱਖਾਂ ਬਾਰੇ ਸਤਿਗੁਰੂ ਸਮਝਾ ਰਹੇ ਨੇ। ਆਪਾਂ ਆਪਦੇ ਘਰ ਪਹੁੰਚਣਾ, ਉਹੀ ਤਾਂ ਹਰਦੁਆਰ ਹੈ, ਉਹੀ 10ਵਾਂ ਦੁਆਰ ਹੈ। ਸੱਚ ਦੇ ਗਿਆਨ ਤੋਂ ਬਿਨਾਂ ਆਪਾਂ ਉੱਥੇ ਨਹੀਂ ਪਹੁੰਚ ਸਕਦੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਐਸਾ ਹੈ, ਪਾਰ ਲੰਘਾ ਦਿੰਦਾ ਹੈ ਸਾਨੂੰ, ਮਾਇਆ ਪਾਰ ਕਰਾ ਦਿੰਦਾ ਹੈ। ਮਾਇਆ ਤਿੰਨਾਂ ਗੁਣਾਂ ਵਿੱਚ ਰਚੀ ਹੈ ਕੁਦਰਤ ਨੇ, ਇਹਦਾ ਸਾਨੂੰ ਗਿਆਨ ਨਹੀਂ ਹੈਗਾ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ, ਕੌਣ ਸਾਨੂੰ ਦੇ ਰਿਹਾ ਹੈ, ਕਿੱਥੋਂ ਸਾਡਾ ਹਾਰਟ ਚੱਲ ਰਿਹਾ, ਇਹ ਸਾਰੇ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਗੁਰਬਾਣੀ ਨੇ ਸਮਝਾਇਆ। ਰਵਿਦਾਸ ਜੀ ਦਾ ਆਪਾਂ ਸ਼ਬਦ ਲੈ ਲੈਂਦੇ ਹਾਂ, ਜਿਨ ਜੀਓ ਪਿੰਡ ਦੀ ਯਾ ਰਿਜ ਘਬਰਾਵੇ, ਸਭ ਘਟ ਭੀਤਰ ਹਾਰਟ ਚਲਾਵੇ। ਹਾਰਟ ਤਾਂ ਉਹਦੀ ਕਿਰਪਾ ਨਾਲ ਚੱਲਦਾ ਭਾਈ ਹਰਦੀ ਨਾਲ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਜਾਦੀ ਸ੍ਰਿਸ਼ਟੀ ਉਹਨੇ ਸਾਜੀ ਹੈ, ਜਾਦਾ ਹੀ ਸਿਲਸਿਲਾ ਚੱਲਦਾ ਆਇਆ। ਜੀਵ ਆ ਰਹੇ ਨੇ, ਜਾ ਰਹੇ ਨੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋਟ ਨਾ ਆਵੇ, ਅਗਨਤ ਭਰੇ ਭੰਡਾਰ। ਸਾਰਾ ਕੁਛ ਹੀ ਉਹਨੇ ਬਣਾਇਆ, ਆਪਣੀ ਖਾਤਰ ਬਣਾਇਆ। ਘਰ ਤਾਂ ਤੇਰੇ ਸਭ ਕੇ ਸਾਥ, ਜਿਸ ਦੇ ਸੋ ਪਾਵੇ। ਇਹ ਵੀ ਸਾਰਾ ਕੁਛ ਹੀ ਉਹਨੇ ਬਣਾਇਆ। ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਬਾਣੀ ਸਮਝਾਉਂਦੀ ਹੈ, ਪਰ ਸੱਚ ਦੇ ਗਿਆਨ ਤੋਂ ਬਿਨਾਂ ਸਾਨੂੰ ਪਤਾ ਨਹੀਂ ਲੱਗਦਾ ਹੈ। ਆਪਾਂ ਪਿੱਛੇ ਵਿਚਾਰ ਕੀਤੀ ਹੈ, ਆਇਆ ਸੁਣ ਪੜ੍ਹਨ ਕੋ ਬਾਣੀ। ਸੁਣਨ ਨਾਲ ਹੀ ਸਾਡੇ ਦੁੱਖ ਕੱਟੇ ਜਾਣੇ ਨੇ, ਸਮਝਣ ਨਾਲ ਸਾਡੇ ਦੁੱਖ ਕੱਟੇ ਜਾਣੇ। ਉਹਨੂੰ ਬਾਣੀ ਵਿੱਚ ਸਿਮਰਨ ਕਰਕੇ ਕਿਹਾ ਹੈ, ਪ੍ਰਭ ਕੇ ਸਿਮਰਨ ਗਰਭ ਨਾ ਬਸੈ। ਜਿਹੜੇ ਗੁਰਸਿੱਖ ਸਿਮਰਨ ਦੀ ਪ੍ਰਾਪਤੀ ਕਰ ਲੈਂਦੇ ਨੇ, ਸਮਝ ਲੈਂਦੇ ਨੇ, ਜਿਹਨਾਂ ਦਾ ਮਨ ਭਾਣੇ 'ਚ ਆ ਜਾਂਦਾ ਹੈ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗਿਆਨ ਤੋਂ ਬਿਨਾਂ ਮਨ ਟਿਕਦਾ ਨਹੀਂ, ਮਨ ਟਿਕ ਤੋਂ ਬਿਨਾਂ ਭਗਤੀ ਨਹੀਂ ਸ਼ੁਰੂ ਹੁੰਦੀ, ਕਾਲ ਨਹੀਂ ਛੱਡਦਾ ਹੈਗਾ। ਉਹਨਾਂ ਬਾਰੇ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ। ਉਹ ਉਹਦਾ ਹੀ ਰੂਪ ਹੋ ਜਾਂਦੇ ਨੇ ਆਤਮਾ ਕਰਕੇ। ਉਹ ਕਹੇ ਜਿਹੇ ਹੁੰਦੇ, ਆਪ ਸਤਿਗੁਰਾਂ ਦੇ ਵਚਨ ਲਈਏ, ਕਿਵੇਂ ਰਹਿੰਦੇ ਨੇ ਉਹ ਸੰਸਾਰ 'ਚ। ਭੈਰੋਂ ਮਹੱਲਾ ਪੰਜਵਾਂ। ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ। ਜਿਹੜੇ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਕੇ ਉਹਦੇ ਚਰਨਾਂ 'ਚ ਪਹੁੰਚ ਜਾਂਦੇ, ਜਿਹਨਾਂ ਦੀ ਭਗਤੀ ਸ਼ੁਰੂ ਹੁੰਦੀ ਹੈ, ਫਿਰ ਉਹਦੇ ਆਸਰੇ ਰਹਿੰਦੇ ਨੇ। ਉਹ ਇਹ ਕਲਪਨਕ ਯੁੱਗ ਦੇ ਵਿੱਚ ਆਤਮਾ ਕਰਕੇ ਉਹਦੇ ਨਾਲ ਜੁੜੇ ਰਹਿੰਦੇ ਨੇ। ਸਰੀਰ ਕਰਕੇ ਸੰਸਾਰ 'ਚ ਹੀ ਹੁੰਦੇ ਨੇ, ਪਰ ਆਤਮਾ ਧਿਆਨ ਕਰਕੇ ਉਹਦੇ ਨਾਲ ਜੁੜੇ ਹੁੰਦੇ ਨੇ। ਸਭ ਤੋਂ ਪਹਿਲਾ ਜਿਹੜਾ ਪਦਾਰਥ ਹੈ ਆਪਣਾ ਗੁਰ ਸ਼ਬਦ ਵਿਚਾਰ 'ਚੋਂ ਆਪਾਂ ਨੂੰ ਗਿਆਨ ਮਿਲਣਾ ਹੈ, ਜਿਹਦੇ ਨਾਲ ਮਨ ਨੇ ਟਿਕਣਾ ਵਾ। ਗੁਰ ਗਿਆਨ ਪਦਾਰਥ ਨਾਮ ਹੈ, ਇਹ ਪਹਿਲਾ ਪਦਾਰਥ ਹੈ। ਇਹ ਚਾਰ ਪਦਾਰਥ ਦੀ ਆਪਾਂ ਪ੍ਰਾਪਤੀ ਕਰਨੀ ਹੈ, ਪਰ ਸਤਿਗੁਰਾਂ ਦੇ ਵਚਨਾਂ ਤੋਂ ਬਿਨਾਂ ਕਿਵੇਂ ਕਰਾਂਗੇ ਆਪਾਂ? ਜੇ ਸ਼ਬਦ ਦੀ ਕਮਾਈ ਨਹੀਂ ਕਰਾਂਗੇ ਤਾਂ ਬਾਣੀ ਨੂੰ ਸਤ ਕਰਕੇ ਹੀ ਨਹੀਂ ਮੰਨਾਂਗੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ। ਗੁਰਸਿੱਖੋ, ਗੁਰਸਿੱਖੋ ਹੁੰਦੇ ਨੇ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਗੁਰ ਸ਼ਬਦ ਨਾਲ ਜੁੜੇ ਰਹਿੰਦੇ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਗਿਆਨ ਦਾ ਐਸਾ ਸ਼ਬਦ ਦਾ ਗਿਆਨ ਐਸਾ ਹੈ, ਇਹ ਮਾਇਆ ਪਾਰ ਕਰਾ ਦਿੰਦਾ ਸਾਡੀ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਐਸਾ ਗਿਆਨ ਹੈ ਗੁਰ ਸ਼ਬਦ ਦਾ, ਮਨੁੱਖ ਦੀਆਂ ਬੁਰਾਈਆਂ ਕੱਟ ਕੇ ਉਹਨੂੰ ਦੇਵਤਾ ਬਣਾ ਦਿੰਦਾ ਵਾ। ਫੇਰ ਹੀ ਦੇਵਲੋਕ ਪਹੁੰਚਾਂਗੇ। ਉਹੀ ਤਾਂ ਦੇਵਲੋਕ ਹੈ ਜਿੱਥੋਂ ਆਪਾਂ ਆਏ ਹਾਂ। ਫੇਰ ਹੀ ਭਗਤੀ ਸ਼ੁਰੂ, ਫਿਰ ਗਾਹਾਂ ਦਾ ਖੇਲ ਅੱਗੇ ਸ਼ੁਰੂ ਹੈ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ, ਸੰਤ ਜਨਾਂ ਦੀ ਬਾਣੀ ਹੈ ਭਾਈ। ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ, ਪਦਾਰਥਾਂ ਦੀ ਆਪਾਂ ਨੂੰ ਤਾਂਹੀਓ ਪ੍ਰਾਪਤੀ ਹੋਊਗੀ। ਹਾਲੇ ਤਾਂ ਸਾਡੇ ਕੋਲ ਪਦਾਰਥ ਕੋਈ ਵੀ ਨਹੀਂ, ਸਾਡਾ ਕਾਲ ਤੋਂ ਛੁਟਕਾਰਾ ਨਹੀਂ ਹੋਇਆ। ਭਗਤ ਅਸੀਂ ਫਿਰ ਵੀ ਹਾਂ, ਗੁਣ ਸਾਡੇ 'ਚ ਕੋਈ ਨਹੀਂ। ਬਿਨ ਗੁਣ ਕੀਤੇ ਭਗਤ ਨਾ ਹੋਈ। ਰੋਜ਼ ਪੜ੍ਹਦੇ ਵੀ ਹਾਂ ਜਪਜੀ ਸਾਹਿਬ, ਫਿਰ ਵੀ ਹੰਕਾਰ ਪੈਦਾ ਕਰੀ ਬੈਠੇ। ਕਿਉਂ ਹੰਕਾਰ ਪੈਦਾ ਕਰੀ ਬੈਠੇ? ਸਾਨੂੰ ਸੱਚ ਦਾ ਗਿਆਨ ਨਹੀਂ ਨਾ ਹੈਗਾ। ਸੱਚ ਦਾ ਗਿਆਨ ਤਾਂ ਫਿਰ ਗੁਰ ਸ਼ਬਦ ਤੋਂ ਹੋਣਾ ਸੀ, ਉਹ ਛੱਡਤਾ ਅਸੀਂ। ਗੁਰੂ ਨੂੰ ਉਪਦੇਸ਼ ਕਰਨ ਲੱਗ ਗਏ। ਅਵਰ ਉਪਦੇਸੇ ਆਪ ਨਾ ਕਰੇ। ਭਗਤ ਕਬੀਰ ਦਾ ਆਪਾਂ ਸਲੋਕ ਲੈ ਲੈਂਦੇ ਹਾਂ। ਕਬੀਰ ਔਰੋਂ ਕੋ ਉਪਦੇਸ਼ ਦੇ ਮੁਖ ਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਕਰ ਕਾਕੇ। ਤੇ ਜੀਵ ਆਪ ਨਹੀਂ ਕਮਾਈ ਕਰਦਾ, ਦੂਜਿਆਂ ਨੂੰ ਉਪਦੇਸ਼ ਕਰਦਾ ਵਾ। ਆਓ ਸਾਰੇ ਮਿਲ ਕੇ ਆਪਾਂ ਵੀ ਉਹ ਅਵਸਥਾ ਪ੍ਰਾਪਤ ਕਰੀਏ ਜੋ ਸਤਿਗੁਰ ਸਮਝਾ ਰਹੇ ਆਪਾਂ ਨੂੰ।
ਜੋ ਪ੍ਰਾਣੀ ਨਿਸ ਦਿਨ ਭਜੇ ਰਾਮ ਰੂਪ ਤਹਿ ਜਾਨ। ਆਪਾਂ ਵੀ ਉਹ ਪ੍ਰਾਪਤੀ ਕਰੀਏ। ਤੇਰੀ ਟੇਕ ਰਹਾਂ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਏ। ਉਹਦੀ ਟੇਕ ਕੀ ਹੈ? ਉਹਦੇ ਗੁਣ ਗਾਉਣਾ। ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਆਤਮਾ ਥਿਰ ਹੋ ਜਾਂਦੀ ਹੈ। ਇੱਕ ਸਾਡੇ ਅੰਦਰ ਐਸੀ ਜਗ੍ਹਾ ਜਿਹਨੂੰ 10ਵਾਂ ਦੁਆਰ ਕਿਹਾ ਹੈ, ਉਹੀ ਤਾਂ ਥਿਰ ਹੈ, ਉਹੀ ਤਾਂ ਦੇਵ ਲੋਕ ਆ। ਉੱਥੇ ਪਹੁੰਚਣਾ। ਅਸਥਿਰ ਭਗਤ ਸਾਧ ਕੀ ਸਾਰਨ। ਜਦੋਂ ਮਨ ਬੁੱਧੀ ਨੂੰ ਗਿਆਨ ਹੋ ਜਾਂਦਾ, ਮਨ ਟਿਕ ਜਾਂਦਾ, ਅਸਥਿਰ ਜਗ੍ਹਾ 'ਤੇ ਚਲੇ ਜਾਂਦੇ ਨੇ। ਉੱਥੇ ਜਾ ਕੇ ਭਗਤੀ ਹੁੰਦੀ ਹੈ। ਉੱਥੇ ਜਾ ਕੇ ਬਾਣੀ ਸਮਝੀ ਜਾਂਦੀ ਹੈ। ਉੱਥੇ ਜਾ ਕੇ ਬਾਣੀ ਉਚਾਰੀ ਜਾਂਦੀ ਹੈ। ਉੱਥੇ ਜਾ ਕੇ ਨਾਮ ਦਾ ਦਰਸ਼ਨ ਹੁੰਦਾ। ਉਹੀ ਤਾਂ ਭਗਤ ਕਬੀਰ ਪਿੱਛੇ ਆਪਾਂ ਵਿਚਾਰ ਕੀਤੀ ਹੈ, ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦਵਾਰ। ਆਪਾਂ ਵੀ ਉੱਥੇ ਪਹੁੰਚਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ? ਤੇਰੀ ਟੇਕ ਨਾ ਪੋਹੇ ਕਾਲ, ਤੇਰੀ ਟੇਕ ਬਿਨਸੇ ਜੰਜਾਲ। ਜਿਹੜਾ ਮਾਇਆ ਦਾ ਜੰਜਾਲ ਸੀਗਾ, ਮਾਇਆ ਦੇ ਰਿਸ਼ਤੇ ਆਤਮਾ ਦੇ ਜੜ ਨਾਲ ਪੈ ਕੇ ਹੋ ਗਏ ਸੀਗੇ, ਕਾਲ ਉਹਨੂੰ ਛੂੰਹਦਾ ਨਹੀਂ ਹੈਗਾ। ਇਹ ਜੰਜਾਲ ਖਤਮ ਹੋ ਜਾਂਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਦੀਨ ਦੁਨੀਆ ਤੇਰੀ ਟੇਕ, ਸਭ ਮੇ ਰਵਿਆ ਸਾਹਿਬ ਏਕ। ਸਾਰੀ ਦੁਨੀਆ ਉਹਦੀ ਆਸਰੇ ਬੈਠੀ ਹੈ। ਸੱਚ ਦੇ ਆਸਰੇ ਝੂਠ ਬੈਠਾ ਵਾ। ਝੂਠ ਨੂੰ ਐਂ ਲੱਗਦਾ ਵਾ ਵੀ ਜੋ ਅਸੀਂ ਕਰ ਰਹੇ ਹਾਂ ਸਾਡੀ ਬੁੱਧੀ ਦਾ ਹੀ ਵਿਸ਼ਾ ਵਾ। ਜੋ ਅਸੀਂ ਕਮਾਈ ਕਰ ਰਹੇ ਹਾਂ ਉਹ ਵੀ ਸਾਰਾ ਕੁਛ ਸਾਡੀ ਮੱਤ ਨਹੀਂ ਆਉਂਦਾ। ਨਹੀਂ ਭਾਈ, ਆਪਾਂ ਸਤਿਗੁਰਾਂ ਦੇ ਵਚਨ ਲਈਏ ਸੁਖਮਨੀ ਸਾਹਿਬ ਦੇ। ਜਿਸ ਧਨ 'ਤੇ 4 ਕੁੰਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਜਦੋਂ ਦੇਹੀ ਉਹਦੀ ਕਿਰਪਾ ਨਾਲ ਮਿਲੀਏ, ਧਨ ਵੀ ਤਾਂ ਉਹਦੀ ਕਿਰਪਾ ਨਾਲ ਮਿਲਣਾ। ਜਿੰਨੇ ਵੀ ਗਿਆਨ ਨੇ ਸਾਰੇ ਕੁਦਰਤ ਨੇ ਹੀ ਪੈਦਾ ਕੀਤੇ ਨੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ ਗਤ। ਇਹ ਸਾਰੇ ਜਿੰਨੇ ਗਿਆਨ ਉਹ ਵੀ ਤਾਂ ਉਹਦੀ ਕਿਰਪਾ ਹੀ ਹੈ। ਬੜੇ ਬੜੇ ਰੁਤਬੇ ਜੋ ਅਸੀਂ ਪ੍ਰਾਪਤ ਕਰਦੇ ਹਾਂ ਸਰੀਰ ਕਰਕੇ ਸੰਸਾਰ ਦੇ ਵਿੱਚ, ਪਰ ਉਹ ਸੰਸਾਰ ਤੱਕ ਹੀ ਸੀਮਿਤ ਨੇ। ਉਹ ਸਰੀਰ ਦੀ ਖੁਰਾਕ ਹੈ, ਉਹ ਵੀ ਉਹਨੇ ਪੈਦਾ ਕੀਤੀ ਹੈ। ਆਤਮ ਖੁਰਾਕ ਹੈ, ਆਤਮ ਗਿਆਨ ਹੈ, ਜਿਹਦੇ ਨਾਲ ਆਤਮਾ ਦੀ ਗਤੀ ਹੋਣੀ, ਇਹ ਵੀ ਉਹਦੀ ਕਿਰਪਾ ਵਾ। ਤੁਰਕੀ ਬਾਣੀ ਆਈ ਜਿਨ ਸਬਰੀ ਜਿੰਤ ਬਟਾਈ। ਇਹ ਸਾਰਾ ਖੇਲ ਹੀ ਉਹਦਾ ਵਾ, ਤਾਂ ਉਹਨੇ ਕਿਰਪਾ ਕਰਨੀ ਹੈ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਇਆ। ਜਿਹੜੀ ਆਪਾਂ ਚਿੰਤਾ ਕਰਦੇ ਹਾਂ ਉਹੀ ਤਾਂ ਬਾਣੀ ਚਿੰਤਾ ਮੁਕਤ ਹੈ, ਚਿੰਤਾ ਦੂਰ ਕਰਦੀ ਹੈ। ਆਪਾਂ ਔਖੀ ਘੜੀ ਮਾਇਆ ਦੀ ਗਾਉਂਦੇ ਹਾਂ, ਬਾਣੀ ਸਮਝਾਉਂਦੀ ਆ ਆਪਾਂ ਨੂੰ ਵੀ ਘੜੀ ਔਖੀ ਤਾਂ ਤੇਰੇ ਤੇ ਆਉਣ ਵਾਲੀ ਹੈ। ਤੂੰ ਆਪਦੀ ਤਿਆਰੀ ਕਰ ਲਾ। ਸਰਜਾਮ ਲਾਖ ਭਵਜਲ ਤਰਨ ਕੇ। ਤਿਆਰੀ ਕਰ, ਜੇ ਤੂੰ ਆਪਦੇ ਘਰ ਪਹੁੰਚਣਾ ਨਹੀਂ, ਮੂਹਰੇ ਕਾਲ ਤਾਂ ਆ ਰਿਹਾ, ਔਖੀ ਘੜੀ ਤਾਂ ਆ ਰਹੀ, ਅਸੀਂ ਮਾਇਆ ਨੂੰ ਗਾਈ ਜਾਂਦੇ। ਉਹੀ ਸੰਕਟ ਹੈ, ਸੰਸਾਰ ਛੱਡਣਾ ਫਿਰ ਜਾਣ ਨੂੰ ਜੀ ਨਹੀਂ ਕਰਦਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂੰਡ ਮੇ ਲਾਗੇ। ਫਿਰ ਪਛਤਾਵਾਂਗੇ, ਹੱਥਾਂ ਜੋੜੀ ਕਰਾਂਗੇ। ਆਓ ਪਹਿਲਾਂ ਹੀ ਇਹ ਤਿਆਰੀ ਕਰੀਏ ਆਪਾਂ ਵੀ ਉਹ ਅਵਸਥਾ ਪ੍ਰਾਪਤ ਕਰੀਏ। ਰਹਾਓ ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੂ ਗੁਰਮੰਤ। ਤੇ ਗੁਰਮੰਤ ਹੈ ਬਾਣੀ ਸਾਰੀ ਭਾਈ, ਗਿਆਨ ਦੀ ਵਿਧੀ ਹੈ। ਇਹ ਗਿਆਨ ਨਹੀਂ ਮਨ ਨੇ ਟਿਕਣਾ। ਇਹ ਐਸੀ ਕਰਾਮਾਤ ਹੈ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤੇ ਆ ਰਿਹਾ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ। ਗੁਰ ਸ਼ਬਦ ਦੀ ਕਮਾਈ 'ਚ ਐਸਾ ਸਾਨੂੰ ਗਿਆਨ ਪੈਦਾ ਹੁੰਦਾ, ਸਾਡਾ ਮੂੰਹ ਦਾ ਜਾਲ ਕੱਟਿਆ ਜਾਂਦਾ। ਆਪਦੀ ਮੱਤ ਨਾਲ ਨਹੀਂ ਅਸੀਂ ਕੱਟ ਜਾਂਦੇ। ਆਪਦੀ ਮੱਤ ਨਾਲ ਕੱਟ ਸਕਦੇ ਤਾਂ ਫਿਰ ਗੁਰਬਾਣੀ ਦੀ ਕੀ ਲੋੜ ਸੀ ਆਪਾਂ ਨੂੰ? ਤੁਰਕੀ ਬਾਣੀ ਦੀ ਕੀ ਲੋੜ ਸੀ? ਉਹੀ ਤਾਂ ਉਹਨੇ ਕਿਰਪਾ ਕੀਤੀ, ਆਤਮਾ ਕਰਕੇ ਵੀ ਸਰੀਰ ਕਰਕੇ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰਜਾਮੀ। ਉਹੀ ਸਤਿਗੁਰ ਸਮਝਾਉਂਦੇ ਨੇ, ਤੇਰੀ ਟੇਕ ਜਪੂ ਗੁਰਮੰਤ, ਤੇਰੀ ਟੇਕ ਧਰੀਏ ਭਉ ਸਾਗਰ, ਤੇਰੀ ਟੇਕ ਕਰੂੰ ਆਨੰਦ। ਉਹਦੀ ਕਿਰਪਾ ਨਾਲ ਆਨੰਦ ਕੀ ਹੈ? ਜਦੋਂ ਆਤਮਾ ਪ੍ਰਾਤਮਾ ਦਰਸ਼ਨ ਕਰ ਲੈਂਦੀ, ਇੱਕ ਹੋ ਜਾਂਦੀ, ਉਸ ਤੋਂ ਬਾਅਦ ਸਾਡੀ ਜਿਹੜੀ ਆਨੰਦ ਦੀ ਅਵਸਥਾ ਸ਼ੁਰੂ ਹੁੰਦੀ ਹੈ। ਮਾਇਆ ਦੇ ਵਿੱਚ ਆਨੰਦ ਨਹੀਂ ਹੁੰਦਾ, ਆਰਜੀ ਹੁੰਦੇ ਨੇ। ਸਰੀਰ ਕਰਕੇ ਸਾਨੂੰ ਰਸ ਕਸ ਆਉਂਦੇ ਨੇ, ਦੁੱਖ ਸੁੱਖ ਆਉਂਦੇ ਹੀ ਰਹਿੰਦੇ ਨੇ ਸਰੀਰ ਕਰਕੇ। ਇਹ ਜਿਹੜਾ ਆਨੰਦ ਹੈ, ਆਪਾਂ ਆਨੰਦ ਸਾਹਿਬ ਬਾਣੀ ਸਤਿਗੁਰਾਂ ਦੇ ਵਚਨ ਲੈ ਲੈਣੇ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਉਹੀ ਅਵਸਥਾ ਦੀ ਗੱਲ ਹੈ ਸਤਿਗੁਰ ਸਮਝਾ ਰਹੇ ਨੇ। ਉਹੀ ਉਹ ਸਿੱਖ ਬਾਰੇ ਸਮਝਾ ਰਹੇ ਨੇ, ਨੌਵੇਂ ਪਾਤਸ਼ਾਹ। ਜੋ ਪ੍ਰਾਣੀ ਨਿਸ ਦਿਨ ਭਜੇ ਰਾਮ ਰੂਪ ਤਾਂ ਉਹ ਜਦੋਂ ਇੱਕ ਹੋ ਜਾਂਦੇ ਨੇ, ਫਿਰ ਆਨੰਦ ਅਵਸਥਾ ਸ਼ੁਰੂ ਹੁੰਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਤੇਰੀ ਟੇਕ ਜਪੂ ਗੁਰਮੰਤ। ਇਹ ਗੁਰਮੰਤ ਹੈ, ਵਿਧੀ ਹੈ, ਗਿਆਨ ਹੈ ਜੋ ਆਪਾਂ ਨੂੰ ਮਿਲਣਾ। ਇਹਦੇ ਨਾਲ ਸਾਰੀ ਖੇਲ ਆਪਾਂ ਨੂੰ ਸਮਝ ਆ ਜਾਣੀ। ਤੇਰੀ ਟੇਕ ਤਰੀਏ ਭਉ ਸਾਗਰ, ਰਾਖਣ ਹਾਰ ਪੂਰਾ ਸੁਖ ਸਾਗਰ। ਸੁਖ ਸਾਗਰ ਆਪਾਂ ਜਾਣਾ ਹੈ। ਇਹ ਕੀ ਹੈ? ਦੁੱਖ ਸਾਗਰ ਹੈ। ਹੁਣ ਦੁੱਖ ਸਾਗਰ ਦੇ ਵਿੱਚ ਸੁਖ ਸਾਗਰ ਬਣਾਉਣਾ ਚਾਹੁੰਦਾ ਇਹ। ਸੁਖ ਸਾਗਰ ਦਾ ਵਾਸੀ ਦੁੱਖ ਸਾਗਰ 'ਚ ਆ ਗਿਆ, ਇੱਥੇ ਹੀ ਸਾਰੇ ਸੁੱਖ ਭਾਲਦਾ। ਇਹ ਤਾਂ ਛੱਡਣਾ ਪੈਣਾ ਆਪਾਂ ਨੂੰ। ਜਦੋਂ ਕਾਲ ਆ ਗਿਆ ਫਿਰ ਕੀ ਕਰਾਂਗੇ? ਸਹਿ ਸਿਆਣਪਾਂ ਲੱਖ ਹੋਏ, ਇੱਕ ਨਾ ਚੱਲੇ ਨਾਲ। ਇੱਕ ਨਹੀਂ ਚੱਲਣੀ ਫਿਰ ਜਦੋਂ ਕਾਲ ਨੇ ਆਉਣਾ। ਰਾਜਾ ਪ੍ਰਜਾ ਸਭ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਉਹ ਸੁਖ ਸਾਗਰ ਹੈ, ਉਹਦੇ ਚਰਨਾਂ 'ਚ ਪਹੁੰਚਣਾ ਆਪਾਂ ਵੀ ਉਹ ਅਵਸਥਾ ਪ੍ਰਾਪਤ ਕਰਨੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਤੇਰੀ ਟੇਕ ਨਹੀਂ ਭਉ ਕੋਏ,
ਅੰਤਰਜਾਮੀ ਸੱਚਾ ਸੋਈ ਅੰਤਰਜਾਮੀ ਹੁੰਦਾ, ਅੰਦਰ ਦੀਆਂ ਜਾਣਦਾ, ਅੰਦਰ ਹੀ ਤਾਂ ਬੈਠਾ ਉਹ, ਉੱਥੇ ਤਾਂ ਪਹੁੰਚਣਾ ਆਪਾਂ ਦਰਸ਼ਨ ਕਰਨਾ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਉਹਦੇ ਆਸਰੇ ਜਿਹੜੇ ਗੁਰਸਿੱਖ ਰਹਿੰਦੇ ਨੇ ਉਹਦਾ ਭੈ ਖਤਮ ਹੋ ਜਾਂਦਾ ਹੈ। ਨਿਰਭਉ ਜਪੇ ਸਗਲ ਭਉ ਮਿਟੇ, ਮਾਇਆ ਦਾ ਡਰ, ਮਰਨ ਦਾ ਡਰ, ਸੰਸਾਰੀ ਕੰਮਾਂ ਕਾਰਾਂ ਦਾ ਡਰ ਸਭ ਖਤਮ ਹੋ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਤੇਰੀ ਟੇਕ ਤੇਰਾ ਮਨ ਤਾਣ, ਇਹਾਂ ਉਹਾਂ ਤੂੰ ਦੀਵਾਨ। ਸਤਿਗੁਰਾਂ ਨੇ ਸਮਝਾਇਆ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਏ। ਬਾਣੀ ਸੱਚੀ ਹੈ ਭਾਈ, ਇਹ ਸੱਚ ਹੈ, ਇਹਨੂੰ ਸਤ ਕਰਕੇ ਮੰਨਣਾ। ਜਿਹੜੇ ਸਤ ਕਰਕੇ ਮੰਨਣਗੇ ਉਹਦੇ ਅੰਦਰ ਹੀ ਪ੍ਰਵੇਸ਼ ਕਰਨੀ ਹੈ। ਸਤ ਬਚਨ ਸਾਧੂ ਉਪਦੇਸ਼, ਸਤ ਆ ਜਾ ਕੇ ਹਿਰਦੇ ਪ੍ਰਵੇਸ਼। ਇਹ ਅੰਦਰ ਪ੍ਰਵੇਸ਼ ਕਰ ਜਾਂਦੇ, ਸਾਡੇ ਅੰਦਰ ਵਸ ਜਾਂਦੇ ਨੇ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀ, ਪਤਾ ਹੀ ਨਹੀਂ ਲੱਗਦਾ। ਇਹੀ ਸਤ ਬਚਨ ਨੇ, ਹੋਰ ਕਿਹੜੇ ਨੇ? ਅਸੀਂ ਬਾਹਰ ਕਹੀ ਜਾਂਦੇ ਸਤ ਬਚਨ ਸਤ ਬਚਨ। ਇਹ ਸਾਧੂ ਜਨਾਂ ਦੀ ਬਾਣੀ ਹੈ, ਭਗਤ ਜਨਾਂ ਦੀ ਬਾਣੀ ਹੈ। ਇਹੀ ਤਾਂ ਸਤ ਬਚਨ ਨੇ, ਹੋਰ ਕਿਹੜੇ ਨੇ? ਉਹ ਸਾਡੀਆਂ ਗੱਲਾਂ ਨੇ ਸੰਸਾਰੀ, ਇੱਕ ਦੂਏ ਨੂੰ ਕਹਿ ਕੇ ਇੱਕ ਮਨ ਨੂੰ ਟਿਕਾਉਣ ਦਾ ਆਸਰਾ ਨਹੀਂ। ਉਹ ਸਭ ਝੂਠਾ ਹੈ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣੇ। ਮਾਣ ਕੀ ਟੇਕ ਬਿਰਥੀ ਜਾਣ, ਦੇਵਣ ਕੋ ਏਕੇ ਭਗਵਾਨ। ਜੋ ਦੇਣ ਵਾਲਾ ਇੱਕ ਹੈ, ਫਿਰ ਦੂਆ ਕਿਵੇਂ ਦੇ ਦੂ? ਵਿਧੀ ਹੈ ਸੰਸਾਰ ਉਹਨੇ ਬਣਾਇਆ, ਸਾਰਾ ਖੇਲ ਆ ਉਹਦਾ। ਜਿਹੜੇ ਗੁਰਸਿੱਖ ਹੁੰਦੇ ਨੇ ਉਹਦੇ ਭਾਣੇ 'ਚ ਹੀ ਚੱਲਦੇ ਨੇ। ਤੇਰੀ ਟੇਕ ਤੇਰਾ ਪਰਵਾਸਾ, ਸਗਲ ਧਿਆਵੇ ਪ੍ਰਭ ਗੁਣ ਤਾਸਾ। ਸਾਰੇ ਗੁਣ ਉਹਦੇ ਤਾਂ ਹੈਗੇ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ। ਜਲ ਤੇ ਤ੍ਰੈ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਜੀਵ ਤਾਂ ਬਹੁਤ ਬਾਅਦ ਆਇਆ, ਇਹ ਸਾਰੇ ਉਹਦੇ ਤਾਂ ਹੈ। ਉਹਨੇ ਤਾਂ ਬਣਾਇਆ ਸੰਸਾਰ ਸਾਰਾ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੀ। ਉਹਦਾ ਤਾਂ ਸਾਨੂੰ ਗਿਆਨ ਹੋਣਾ ਕੁਦਰਤ ਦਾ। ਉਹਦੇ ਤਈਓ ਚਰਨ ਪਰਸਾਂਗੇ, ਸਾਨੂੰ ਉਹਦਾ ਗਿਆਨ ਹੋਊਗਾ। ਬਾਣੀ ਜਿਹਦਾ ਦਰਸ਼ਨ ਕਰਾਉਣਾ, ਪਹਿਲਾਂ ਉਹਦਾ ਗਿਆਨ ਕਰਾਉਂਦੀ ਹੈ। ਇਹ ਯੁੱਗ ਵਿੱਚ ਇੱਕ ਇੱਕ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਇੱਕ ਹੁਣ ਆਇਆ, ਇੱਕ ਦਾ ਬਾਣੀ ਗਿਆਨ ਕਰਾਉਂਦੀ ਹੈ। ਸਾਰੇ ਉਹਦੇ ਹੀ ਗੁਣ ਨੇ, ਸਾਡੇ 'ਚ ਤਾਂ ਗੁਣ ਕੋਈ ਨਹੀਂ। ਨਿਰਭਉ ਅਸੀਂ ਨਹੀਂ, ਭੈ ਤੋਂ ਮੁਕਤ ਨਹੀਂ ਹੋਏ। ਨਿਰਵੈਰ ਸੰਸਾਰ ਨਾਲ ਸਾਡਾ ਵੈਰ ਵਿਰੋਧ ਨਹੀਂ ਗਿਆ। ਕਾਲ ਤੋਂ ਅਸੀਂ ਮੁਕਤ ਨਹੀਂ ਹੋਏ। ਸਰੀਰ ਨੂੰ ਪ੍ਰੇਮ, ਸਰੀਰ ਨੂੰ ਹੀ ਪੂਰਨ ਮੰਨੀ ਜਾਂਦੇ ਹਾਂ। ਸਰੀਰ ਕਰਕੇ ਭੇਖ ਕਰਕੇ ਪੂਰਨ ਮੰਨੀ ਬੈਠੇ। ਇਹੀ ਤਾਂ ਕਾਲ ਹੈ। ਇਹ ਤਾਂ ਆਪਾਂ ਜਿਉਂਦੇ ਜਿਉਂਦੇ ਆਪਦੇ ਘਰ ਪਹੁੰਚਣਾ ਵਾ, ਗੁਰਸ਼ਬਦ ਦੀ ਕਮਾਈ ਕਰਕੇ। ਉਹੀ ਸਤਿਗੁਰ ਸਮਝਾਉਂਦੇ ਨੇ ਆਪਾਂ ਨੂੰ। ਤੇਰੀ ਟੇਕ ਤੇਰਾ ਪਰਵਾਸਾ, ਉਹਦੇ ਆਸਰੇ ਰਹਿਣਾ ਵਾ। ਸਗਲ ਧਿਆਵੇ ਪ੍ਰਭ ਗੁਣ ਤਾਸਾ। ਪ੍ਰਭ ਦੇ ਗੁਣਾਂ ਦੀ ਵਿਚਾਰ ਹੋ ਰਹੀ ਹੈ ਸੰਸਾਰ ਦੇ ਵਿੱਚ। ਬਾਣੀ ਦੇ ਵਿੱਚ ਕੀ ਹੈ? ਗੁਣਾਂ ਦੀ ਵਡਿਆਈ ਹੈ, ਕਰਤੇ ਪੁਰਖ ਦੀ ਵਡਿਆਈ ਹੈ। ਸਾਰਾ ਕੁਛ ਉਹ ਨਹੀਂ ਪੈਦਾ ਕੀਤਾ ਵਾ। ਸਾਡੇ 'ਚ ਗੁਣ ਕੋਈ ਨਹੀਂ, ਭਗਤ ਫਿਰ ਵੀ ਅਸੀਂ ਬਣ ਜਾਂਦੇ ਹਾਂ। ਉਹ ਸਾਡੀ ਅਗਿਆਨਤਾ ਹੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਜਪ ਜਪ ਆਨੰਦ ਕਰੇ ਤੇਰੇ ਦਾਸਾ। ਸਿਮਰ ਨਾਨਕ ਸਾਚੇ ਗੁਣ ਤਾਸਾ। ਉਹਦੇ ਗੁਣਾਂ ਦਾ ਜਸ ਕਰਨਾ ਹੈ। ਇਹ ਸਾਰਾ ਕੁਛ ਉਹਦਾ ਹੀ ਹੈ। ਇਹ ਮਨੁੱਖਾ ਦੇਹੀ ਉਹਦੀ ਕਿਰਪਾ ਨਾਲ ਮਿਲੀ ਹੈ ਨਾਮ ਦੀ ਪ੍ਰਾਪਤੀ ਖਾਤਰ। ਪਰ ਅਸੀਂ ਸੱਚ ਦੇ ਗਿਆਨ ਤੋਂ ਬਿਨਾਂ ਭਟਕ ਜਾਂਦੇ ਹਾਂ। ਮਨ ਲੋਭੀ ਹੈ, ਜਿੱਥੇ ਸਾਨੂੰ ਕੋਈ ਲੋਭ ਦਿੰਦਾ ਅਸੀਂ ਉੱਧਰ ਨੂੰ ਹੋ ਜਾਂਦੇ ਹਾਂ। ਇਹ ਸੱਚ ਦਾ ਗਿਆਨ ਲੈਣਾ, ਫਿਰ ਕਿਤੇ ਮਨ ਨੇ ਟਿਕਣਾ। ਆਪਾਂ ਸਤਿਗੁਰਾਂ ਦੇ ਵਚਨ ਲਈਏ, ਤਿਸੇ ਸਰੇਵੋ ਪ੍ਰਾਣੀ ਹੋ, ਜਿਸ ਦੇ ਨਾਮ ਪਲੇ ਇੱਥੇ ਨਾਮ ਦੀ ਪ੍ਰਾਪਤੀ ਹੋਣੀ ਆ। ਇਹਨੂੰ ਸਮਝਣਾ, ਵਿਚਾਰਨਾ ਵਾ। ਇੱਥੇ ਰਹੋ ਸਹੇਲੀਆਂ, ਅੱਗੇ ਨਾਲ ਚੱਲੇ। ਇਹੀ ਨਾਲ ਜਾਣਾ ਸਾਡੀ ਬੁੱਧੀ ਨੇ। ਜਿਹੜਾ ਹਰਨਾਮ ਧਨ ਅਸੀਂ ਇਕੱਠਾ ਕਰਾਂਗੇ। ਬਾਣੀ ਹਰਨਾਮ ਹੈ, ਹਰ ਦੀ ਕਥਾ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਦੁੱਖਾਂ ਕਲੇਸ਼ਾਂ ਦਾ ਸਾਡਾ ਨਾਸ ਹੋਣਾ, ਸਾਡਾ ਸੰਸਾਰ 'ਚੋਂ ਛੁਟਕਾਰਾ ਹੋਣਾ, ਅਸੀਂ ਮੁਕਤੀ ਪ੍ਰਾਪਤ ਕਰਨੀ ਹੈ। ਇਹ ਗਿਆਨ ਤੋਂ ਬਿਨਾਂ ਕਿਵੇਂ ਹੋਊਗੀ? ਤਿਸੇ ਸਰੇਵੋ ਪ੍ਰਾਣੀਓ, ਜਿਸ ਦੇ ਨਾਉ ਪੱਲੇ। ਇੱਥੇ ਰਹੋ ਸਹੇਲੀਆਂ, ਅੱਗੇ ਨਾਲ ਚੱਲੇ। ਧਰਮ ਬੰਧੋ ਤੁਮ ਸੱਚ ਦਾ। ਇਹੀ ਤਾਂ ਧਰਮ ਹੈ, ਇਹੀ ਤਾਂ ਸੱਚ ਹੈ। ਗੜ ਥੰਮ ਹਾਲੇ ਮਨ ਐਂ ਟਿਕ ਜਾਂਦਾ ਹੈ। ਜਿਵੇਂ ਆਕਾਸ਼ ਕੋਈ ਆਪਾਂ ਚੀਜ਼ ਛੱਡਦੀ ਹੈ, ਥਿਰ ਹੋ ਜੇ, ਐਂ ਟਿਕ ਜਾਂਦਾ ਹੈ। ਜੋ ਮੰਦਰ ਕੋ ਥਾਮੇ ਥੰਬਨ, ਜੋ ਗੁਰ ਕਾ ਸ਼ਬਦ ਮਨੇ ਸਤੰਭਨ। ਐਂ ਟਿਕ ਜਾਂਦਾ ਜਿਵੇਂ ਥੰਮਾਂ 'ਤੇ ਮੰਦਰ ਖੜਿਆ ਹੁੰਦਾ ਹੈ। ਗੁਰਸ਼ਬਦ 'ਚ ਇੰਨੀ ਤਾਕਤ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਐਸਾ ਗਿਆਨ ਹੈ, ਮਨੁੱਖ ਨੂੰ ਦੇਵਤਾ ਬਣਾ ਦਿੰਦਾ ਵਾ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰਸ਼ਬਦ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਹੀ ਰਹੂਗਾ। ਸੰਸਾਰ ਸਾਨੂੰ ਕਿੰਨਾ ਵੀ ਵੱਡਾ ਕੋਈ ਗੁਰੂ ਆਪਦੇ ਆਪ ਨੂੰ ਕਹਾਉਣ ਵਾਲਾ, ਚੰਦਰ ਸੂਰਜ ਮੈਂ ਉੱਥੇ ਚਾਨਣ ਨਹੀਂ ਕਰ ਸਕਦੇ ਜਿੱਥੇ ਗੁਰਸ਼ਬਦ ਨੇ ਚਾਨਣ ਕਰਨਾ ਹੈ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਜੋ ਸਤਿਗੁਰ ਸਮਝਾ ਰਹੇ ਨੇ, ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤਹਿ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਸਾਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।